सत श्री अकाल, मैं जतिंदर सिंह खैरा टीवी पंजाब ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਆਓ ਨਿਗਾਹ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਦੇਸ਼ 'ਚ ਕੋਰੋਨਾ ਦੇ ਪ੍ਰਕੋਪ 'ਚ ਕਮੀ। ਪਿਛਲੇ 24 ਘੰਟਿਆਂ 'ਚ 84,332 ਨਵੇਂ ਕੇਸ ਆਏ ਸਾਹਮਣੇ। 70 ਦਿਨਾਂ ਬਾਅਦ ਨਵੇਂ ਮਾਮਲਿਆਂ ਦਾ ਇਹ ਸਭ ਤੋਂ ਘੱਟ ਅੰਕੜਾ। 4002 ਮਰੀਜ਼ਾਂ ਨੇ ਗਵਾਈਆਂ ਜਾਨਾਂ। ਪੰਜਾਬ 'ਚ ਤੱਕੜੀ ਤੇ ਹਾਥੀ ਦਾ ਗੱਠਜੋੜ। ਸੁਖਬੀਰ ਬਾਦਲ ਨੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਭਾਈਵਾਲੀ ਦਾ ਐਲਾਨ ਕੀਤਾ। ਬਸਪਾ 20 ਤੇ ਅਕਾਲੀ 97 ਸੀਟਾਂ ਤੇ ਲੜੇਗਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ। ਗੱਠਜੋੜ ਦੇ ਐਲਾਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨੂੰ ਦਿੱਤੀ ਵਧਾਈ। ਦੋਵੇਂ ਪਾਰਟੀਆਂ ਦੇ ਵਰਕਰਾਂ ਨੇ ਲੱਡੂ ਵੰਡੇ। ਕਾਂਗਰਸ ਨੇ ਕਿਹਾ ਕਿ ਇਹਨਾਂ ਪਾਰਟੀਆਂ ਦਾ ਪੰਜਾਬ 'ਚ ਕੋਈ ਆਧਾਰ ਨਹੀਂ, ਇਸ ਲਈ ਨਹੀਂ ਪਵੇਗਾ ਕੋਈ ਫਰਕ। ਨਵਜੋਤ ਸਿੱਧੂ ਤੇ ਕੈਪਟਨ ਦੀ ਪੋਸਟਰ ਵਾਰ 'ਚ ਪ੍ਰਤਾਪ ਸਿੰਘ ਬਾਜਵਾ ਦੀ ਐਂਟਰੀ। ਵਿਧਾਨ ਸਭਾ ਹਲਕਾ ਮਲੋਟ ਤੇ ਲੰਬੀ ਵਿਖੇ ਲੱਗੇ ਬਾਜਵਾ ਦੇ ਪੋਸਟਰ। ਦੋਵੇਂ ਹਲਕਿਆਂ 'ਚ ਬਾਜਵਾ ਦੇ ਪੋਸਟਰਾਂ ਨਾਲ ਛਿੜੀ ਨਵੀਂ ਸਿਆਸਤ ਚਰਚਾ। ਅਤੇ ਪਠਾਨਕੋਟ 'ਚ ਇੱਕ ਬਾਬੇ ਤੇ ਲੱਗੇ ਨਾਬਾਲਿਗ ਨਾਲ ਜਬਰ ਜਨਾਹ ਦੇ ਇਲਜ਼ਾਮ। ਲੋਕਾਂ ਨੇ ਬਾਬੇ ਨਾਲ ਕੀਤੀ ਕੁੱਟਮਾਰ। ਪੁਲਿਸ ਨੇ ਬਾਬੇ ਨੂੰ ਗ੍ਰਿਫਤਾਰ ਕਰ 2 ਦਿਨਾਂ ਦਾ ਰਿਮਾਂਡ ਲਿਆ। ਤੇ ਹੁਣ ਖਬਰਾਂ ਵਿਸਤਾਰ ਨਾਲ। ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਭਾਵ ਹੁਣ ਹੌਲੀ-ਹੌਲੀ ਘਟ ਰਿਹਾ ਹੈ। ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ 5ਵੇਂ ਦਿਨ 1 ਲੱਖ ਤੋਂ ਘਟ ਰਹੀ। ਕੋਰੋਨਾ ਦੇ ਘਟਦੇ ਮਾਮਲਿਆਂ ਦੇ ਵਿਚਕਾਰ ਇਹ ਵਾਰ-ਵਾਰ ਦੁਹਰਾਇਆ ਜਾ ਰਿਹਾ ਹੈ ਕਿ ਖਤਰਾ ਅਜੇ ਵੀ ਕਾਇਮ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਜੇ ਕੋਰੋਨਾ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣਾ ਨਹੀਂ ਕੀਤਾ ਗਈ ਤਾਂ ਇਹ ਅੰਕੜੇ ਫਿਰ ਵੱਧ ਸਕਦੇ ਹਨ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ 84,332 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 4002 ਮਰੀਜ਼ਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਹੁਣ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 2,93,59,155 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ 10,80,690 ਸਰਗਰਮ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 2,79,11,384 ਵਿਅਕਤੀ ਠੀਕ ਹੋਣ ਮਗਰੋਂ ਆਪਣੇ ਘਰਾਂ ਨੂੰ ਪਰਤੇ ਹਨ। ਦੇਸ਼ ਵਿੱਚ ਕੋਰੋਨਾ ਨਾਲ ਸੰਕਰਮਿਤ ਹੁਣ ਤੱਕ 3,67,081 ਲੋਕਾਂ ਦੀ ਮੌਤ ਹੋ ਚੁੱਕੀ ਹੈ। ਖੇਤੀ ਕਾਨੂੰਨਾਂ ਦੇ ਮੁੱਦੇ ਤੇ ਭਾਜਪਾ ਨਾਲ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਨੇ ਹੁਣ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰ ਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਨੇ ਇਸ ਗੱਠਜੋੜ ਦਾ ਐਲਾਨ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਤ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਚੋਣਾਂ ਦੋਵੇਂ ਪਾਰਟੀਆਂ ਮਿਲ ਕੇ ਲੜਨਗੀਆਂ। ਅਗਲੇ ਸਾਲ ਹੋਣ ਵਾਲੀਆਂ ਚੋਣਾਂ 'ਚ ਬਸਪਾ 20 ਸੀਟਾਂ ਤੇ ਅਤੇ ਸ਼੍ਰੋਮਣੀ ਅਕਾਲੀ ਦਲ 97 ਸੀਟਾਂ ਤੇ ਚੋਣ ਲੜੇਗੀ। ਬਸਪਾ ਨੂੰ ਦੁਆਬਾ ਵਿੱਚ 8, ਮਾਲਵਾ ਵਿੱਚ 7 ਤੇ ਮਾਝੇ ਵਿੱਚ 5 ਸੀਟਾਂ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਇਕੱਠੇ ਅਸੀਂ ਜਿਹੜਾ ਆਉਣ ਵਾਲਾ ਵਿਧਾਨ ਸਭਾ ਹਲਕਾ 2022 ਤੇ ਉਹਦੇ ਬਾਅਦ ਵੀ ਜਿੰਨੇ ਵੀ ਇਲੈਕਸ਼ਨ ਹੋਣਗੇ ਅਸੀਂ ਇਕੱਠੇ ਲੜਾਂਗੇ। ਆ ਕੋਈ ਰਿਸ਼ਤਾ ਮੈਂ ਐਲਾਨ ਕਰਨਾ ਚਾਹੁੰਦਾ, ਟੈਂਪਰਰੀ ਰਿਸ਼ਤਾ ਨਹੀਂ। ਸ਼੍ਰੋਮਣੀ ਅਕਾਲੀ ਦਲ ਦੀ ਇੱਕ ਖਾਸੀਅਤ ਅਸੀਂ ਜ਼ਬਾਨ ਦੇ ਪੱਕੇ ਹੈ, ਜਿਹਦੀ ਬਾਹ ਫੜ ਲਈਏ ਫਿਰ ਜ਼ਿੰਦਗੀ ਭਰ ਸਾਡੀ ਅਸੀਂ ਉਹਦੇ ਨਾਲ ਨਿਭਾਉਣੇ ਆ। ਤੋ ਇਸ ਕਰਕੇ ਮੈਂ ਜਿਹੜਾ ਅੱਜ ਐਲਾਨ ਕਰ ਰਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਜੋ ਅਲਾਇੰਸ ਹੈ, ਬਹੁਜਨ ਸਮਾਜ ਪਾਰਟੀ 20 ਸੀਟਾਂ ਤੇ ਇਲੈਕਸ਼ਨ ਲੜੂਗੀ ਤੇ ਬਾਕੀ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਲੜੂਗਾ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦਾ ਐਲਾਨ ਹੁੰਦਿਆਂ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਸਪਾ ਮੁਖੀ ਮਾਇਆਵਤੀ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ। ਬਾਦਲ ਨੇ ਮਾਇਆਵਤੀ ਨੂੰ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ ਅਤੇ ਕਿਹਾ ਕਿ ਗੱਠਜੋੜ ਹੋਣ ਉੱਤੇ ਖੁਸ਼ੀ ਹੋਈ ਹੈ। ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। हेलो बहन जी, बहुत बहुत मुबारक आपको जी। हाँ जी, बहुत खुशी हुई। इतनी खुशी हुई है कि मैं बयान नहीं कर सकता। सब सेरेमनी हो गई, बहुत खुशी हुई जी। आप जल्दी आपको दावत देंगे कि पंजाब में आए। ठीक है जी, ठीक। आगे से आप इलेक्शन भी पंजाब से लड़ा करें। आपका स्वास्थ्य पूछ रही है, आपका स्वास्थ्य, आपका सेहत ठीक है जी? आपकी सेहत पूछ मेरी ठीक है जी, बिल्कुल ठीक है, ठीक है। ਇਸ ਗੱਠਜੋੜ ਦਾ ਐਲਾਨ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਬਸਪਾ ਦੇ ਵਰਕਰਾਂ ਵਿਚਾਲੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜਲੰਧਰ ਦੇ ਆਦਮਪੁਰ ਹਲਕੇ ਤੋਂ ਵਿਧਾਇਕ ਪਵਨ ਕੁਮਾਰ ਟੀਨੂ ਨੇ ਦੋਵੇਂ ਪਾਰਟੀਆਂ ਦੇ ਵਰਕਰਾਂ ਨੂੰ ਲੱਡੂ ਖਿਲਾ ਕੇ ਖੁਸ਼ੀ ਮਨਾਈ। ਇਸ ਮੌਕੇ ਵਰਕਰਾਂ ਨੇ ਢੋਲ ਵਜਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਪਵਨ ਟੀਨੂ ਨੇ ਇਸ ਗੱਠਜੋੜ ਨੂੰ ਇਤਿਹਾਸਕ ਦੱਸਿਆ ਹੈ। ਉਹਨਾਂ ਮੁਤਾਬਕ ਇਸ ਗੱਠਜੋੜ ਦਾ ਅਸਰ ਰਾਸ਼ਟਰੀ ਪੱਧਰ ਤੇ ਹੋਵੇਗਾ ਅਤੇ ਇਸ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ। ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਮਿਲ ਕੇ ਲੜਨਗੀਆਂ। ਲੰਬੇ ਸਮੇਂ ਤੋਂ ਗੱਲਬਾਤ ਚੱਲਣ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਗੱਠਜੋੜ ਦੀ ਅਧਿਕਾਰਤ ਘੋਸ਼ਣਾ ਕਰ ਦਿੱਤੀ ਗਈ ਹੈ। ਦੋਵਾਂ ਪਾਰਟੀਆਂ ਦਰਮਿਆਨ ਹੋਏ ਸਮਝੌਤੇ ਤਹਿਤ ਬਸਪਾ ਰਾਜ ਦੀਆਂ 20 ਸੀਟਾਂ ਉੱਤੇ ਚੋਣ ਲੜੇਗੀ, ਜਦਕਿ ਅਕਾਲੀ ਦਲ ਦੇ ਹਿੱਸੇ ਵਿੱਚ 97 ਸੀਟਾਂ ਆਈਆਂ ਨੇ। ਇਸ ਗੱਠਜੋੜ ਦਾ ਐਲਾਨ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵਰਕਰਾਂ ਵਿਚਾਲੇ ਖੁਸ਼ੀ ਦੀ ਲਹਿਰ ਦੌੜ ਗਈ। ਜਲੰਧਰ ਦੇ ਆਦਮਪੁਰ ਹਲਕੇ ਤੋਂ ਵਿਧਾਇਕ ਪਵਨ ਕੁਮਾਰ ਟੀਨੂ ਨੇ ਦੋਵੇਂ ਪਾਰਟੀਆਂ ਦੇ ਵਰਕਰਾਂ ਨੂੰ ਲੱਡੂ ਖਵਾ ਕੇ ਖੁਸ਼ੀ ਮਨਾਈ। ਇਸ ਮੌਕੇ ਵਰਕਰਾਂ ਨੇ ਢੋਲ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਪਵਨ ਟੀਨੂ ਨੇ ਇਸ ਗੱਠਜੋੜ ਨੂੰ ਇਤਿਹਾਸਿਕ ਦੱਸਿਆ। ਉਹਨਾਂ ਮੁਤਾਬਕ ਇਸ ਗੱਠਜੋੜ ਦਾ ਅਸਰ ਰਾਸ਼ਟਰੀ ਪੱਧਰ ਉੱਤੇ ਹੋਵੇਗਾ। ਅੱਜ ਬਹੁਤ ਇਤਿਹਾਸਕ ਦਿਨ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਰਾਜਸੀ ਗੱਠਜੋੜ ਹੋਇਆ, ਜਿਹਦਾ ਐਲਾਨ ਚੰਡੀਗੜ੍ਹ ਚੋਂ ਪਾਰਟੀ ਦੇ ਦਫ਼ਤਰ ਵਿੱਚੋਂ ਹੋ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਹੁਤ-ਬਹੁਤ ਧੰਨਵਾਦ, ਭੈਣ ਕੁਮਾਰੀ ਮਾਇਆਵਤੀ ਜੀ ਦਾ ਬਹੁਤ-ਬਹੁਤ ਧੰਨਵਾਦ, ਔਰ ਨਾਲ ਸ਼੍ਰੀ ਸਤੀਸ਼ ਮਿਸ਼ਰਾ ਜੀ ਦਾ, ਪੰਜਾਬ ਦੇ ਪ੍ਰਧਾਨ ਬੀਐਸਪੀ ਦੇ, ਉਹਨਾਂ ਦਾ ਬੜਾ ਧੰਨਵਾਦ। ਇਹ ਜਿਹੜਾ ਗੱਠਜੋੜ ਆ ਇਹ ਅਸਲ 'ਚ ਸਿਧਾਂਤਕ ਆ ਤੇ ਨਾਲ ਰਾਜਸੀ ਤੌਰ ਤੇ ਇਹਦਾ ਬੜਾ ਵੱਡਾ ਇਹਦੇ ਰਿਜ਼ਲਟ ਆਉਣਗੇ, ਨਤੀਜੇ ਆਉਣਗੇ। ਤੇ ਸਾਡੇ ਗੁਰੂ ਸਾਹਿਬਾਨਾਂ ਦੇ ਮੁਤਾਬਕ, ਉਹਨਾਂ ਦੀ ਸੋਚ ਦੇ ਮੁਤਾਬਕ ਇਹ ਜਿਹੜਾ ਗੱਠਜੋੜ ਇਹ ਰਾਜਸੀ ਬਣਿਆ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਇਹਦੇ ਬਹੁਤ ਚੰਗੇ ਨਤੀਜੇ ਨਿਕਲਣਗੇ। ਇਸ ਦੇ ਨਾਲ ਹੀ ਪਵਨ ਟੀਨੂ ਨੇ ਸੂਬੇ ਦੀ ਕੈਪਟਨ ਸਰਕਾਰ ਨੂੰ ਹਰ ਫਰੰਟ ਉੱਤੇ ਫੇਲ ਦੱਸਿਆ। ਉਹਨਾਂ ਮੁਤਾਬਕ ਕੈਪਟਨ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕਿਆ। ਸੂਬੇ ਦੇ ਲੋਕ ਬਦਲਾਅ ਚਾਹੁੰਦੇ ਨੇ ਅਤੇ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਆਉਣ ਵਾਲੀਆਂ ਚੋਣਾਂ 'ਚ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕਰੇਗਾ। ਕਾਂਗਰਸ ਨੇ ਤਾਂ 4.5 ਸਾਲ ਹੋ ਗਏ, ਤੁਹਾਨੂੰ ਪਤਾ ਹੀ ਆ, ਕੰਮ ਹੀ ਕੋਈ ਨਹੀਂ ਕੀਤਾ। ਮੁੱਖ ਮੰਤਰੀ ਜੀ ਆਰਾਮ ਨਾਲ ਆਪਣੇ ਬੈਠੇ ਫਾਰਮ ਹਾਊਸ ਤੇ, ਉਹਨਾਂ ਨੂੰ ਫਿਕਰ ਹੀ ਨਹੀਂ ਵੀ ਗਰੀਬ ਕਿੱਦਾਂ ਰੋਟੀ ਖਾ ਰਿਹਾ, ਮਜ਼ਦੂਰ ਦੀ ਹਾਲਤ ਕੀ ਆ, ਵਿਦਿਆਰਥੀ ਦੀ ਹਾਲਤ ਕੀ ਆ, ਨੌਜਵਾਨ ਬੇਰੁਜ਼ਗਾਰ ਆ, ਉਹਨਾਂ ਦਾ ਕੋਈ ਫਿਕਰ ਨਹੀਂ। ਸੋ ਇਸ ਕਰਕੇ ਇਹ ਗੱਠਜੋੜ ਹੁਣ ਪੰਜਾਬ ਨੂੰ ਜਿੱਥੇ ਨਵਾਂ ਰਾਹ ਦਿਖਾਏਗਾ, ਉੱਥੇ ਦੇਸ਼ ਨੂੰ ਵੀ ਇੱਕ ਨਵੀਂ ਦਿਸ਼ਾ ਦੇਵੇਗਾ। ਦੱਸ ਦਈਏ ਕਿ ਦਲਿਤ ਰਾਜਨੀਤੀ 'ਚ ਪਵਨ ਕੁਮਾਰ ਟੀਨੂ ਦੀ ਕਾਫੀ ਪੈਠ ਹੈ। ਉਹ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਹੀ ਅਕਾਲੀ ਦਲ ਵਿੱਚ ਆਏ ਸਨ। ਹੁਣ ਬਸਪਾ ਤੇ ਅਕਾਲੀ ਦਲ ਦਾ ਗੱਠਜੋੜ ਹੋਣ ਨਾਲ ਟੀਨੂ ਕਾਫੀ ਖੁਸ਼ ਨਜ਼ਰ ਆ ਰਹੇ ਨੇ। ਇਸ ਗੱਠਜੋੜ ਕਾਰਨ ਅਕਾਲੀ ਦਲ ਦੀਆਂ ਰਵਾਇਤੀ ਵੋਟਾਂ ਦੇ ਨਾਲ ਹੀ ਦਲਿਤ ਵੋਟ ਮਿਲਣ ਦੀ ਉਮੀਦ ਨਾਲ ਆਉਣ ਵਾਲੀਆਂ ਚੋਣਾਂ 'ਚ ਪਵਨ ਟੀਨੂ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਉੱਤੇ ਕਾਂਗਰਸ ਵੱਲੋਂ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਹੁਸ਼ਿਆਰਪੁਰ ਤੋਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਕਹਿਣਾ ਸੀ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਵਿੱਚ ਆਪਣਾ ਆਧਾਰ ਗਵਾ ਚੁੱਕੀਆਂ ਹਨ, ਇਸ ਲਈ ਇਹਨਾਂ ਦੋਵਾਂ ਪਾਰਟੀਆਂ ਦੇ ਗੱਠਜੋੜ ਨਾਲ ਕੋਈ ਫਰਕ ਨਹੀਂ ਪਵੇਗਾ। ਅਰੋੜਾ ਮੁਤਾਬਕ ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਇੱਕ ਵਾਰ ਫਿਰ ਕਾਂਗਰਸ ਦੀ ਸਰਕਾਰ ਬਣੇਗੀ, ਕਿਉਂਕਿ ਲੋਕ ਪੰਜਾਬ ਦਾ ਵਿਕਾਸ ਚਾਹੁੰਦੇ ਹਨ। ਕੀ ਫਰਕ ਪੈਣਾ ਜੀ? ਸਾਨੂੰ ਕੀ ਫਰਕ ਹੈ? ਵਿਕਾਸ ਦੇ ਨਾਂ ਤੇ ਲੋਕਾਂ ਨੇ ਵੋਟ ਪਾਉਣੇ, ਕੰਮ ਦੇ ਨਾਂ ਤੇ ਲੋਕਾਂ ਨੇ ਵੋਟ ਪਾਉਣੇ, ਲੋਕ ਫੈਸਲਾ ਲੈ ਲੈਣਗੇ। ਇਹਨਾਂ ਦਾ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ। ਅਸਲ 'ਚ ਨਾ ਅਕਾਲੀ ਦਲ ਦਾ ਆਧਾਰ ਹੈ, ਨਾ ਬੀਐਸਪੀ ਦਾ ਆਧਾਰ ਹੈ। ਇਹ ਇਕੱਠੇ ਹੋ ਕੇ ਇੱਕ ਸ਼ੋਅ ਕਰਨਾ ਚਾਹੁੰਦੇ ਸੀ ਕਿ ਸਾਡਾ ਆਧਾਰ ਕਾਇਮ ਹੋ ਜਾਵੇ। ਇਹ ਦੋਨੇ ਪਾਰਟੀਆਂ ਪੰਜਾਬ 'ਚ ਆਪਣਾ ਆਧਾਰ ਖੋ ਚੁੱਕੀਆਂ ਨੇ, ਆਧਾਰ ਬਣਾਉਣ ਦੀ ਕੋਸ਼ਿਸ਼ ਕਰਦੀਆਂ। ਅਗਰ ਇਹ ਉਹੀ ਪਾਰਟੀਆਂ ਜਿਹੜੀਆਂ ਕਹਿੰਦੇ ਸੀ ਇਸ 117 ਇਕੱਲੇ ਲੜਾਂਗੇ, ਅੱਜ ਇਹਨਾਂ ਨੂੰ ਇੱਕ ਦੂਜੇ ਦਾ ਸਹਾਰਾ ਲੈਣਾ ਪੈ ਰਿਹਾ। ਵਿਕਾਸ ਦੇ ਨਾਂ 'ਤੇ ਵੋਟ ਪੈਣੀ ਹੈ। ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਬਾਰਾ ਮੁੱਖ ਮੰਤਰੀ ਬਣਨਾ ਹੈ। ਲੋਕਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣੀ ਹੈ। ਸਾਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਹੈ। ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਲੋਰ ਦੇ ਪੁੱਤਰ ਦਮਨਵੀਰ ਸਿੰਘ ਫਲੋਰ ਨੇ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਮਨਵੀਰ ਮੁਤਾਬਕ ਬਸਪਾ ਦੇ ਸੰਸਥਾਪਕ ਕਾਸ਼ੀ ਰਾਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਚੋਣ ਮਨੋਰਥ ਪੱਤਰ ਮੰਨਿਆ ਸੀ, ਪਰ ਹੁਣ ਉਸੇ ਹੀ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਆਰੋਪ ਅਕਾਲੀ ਦਲ ਦੇ ਮੱਥੇ ਲੱਗਾ ਹੋਇਆ ਹੈ। ਦਮਨਵੀਰ ਨੇ ਕਿਹਾ ਕਿ ਬਸਪਾ ਨਾਲ ਸੀਟ ਵੰਡ ਨੂੰ ਲੈ ਕੇ ਕੋਝਾ ਮਜ਼ਾਕ ਸੁਖਬੀਰ ਬਾਦਲ ਵੱਲੋਂ ਕੀਤਾ ਗਿਆ ਹੈ। ਬਸਪਾ ਨੂੰ ਪੂਰਨ ਤੌਰ ਤੇ ਪੰਜਾਬ ਵਿੱਚ ਖਤਮ ਕਰਨ ਦੀ ਸੁਖਬੀਰ ਨੇ ਡੂੰਘੀ ਸਾਜ਼ਿਸ਼ ਘੜੀ ਹੈ। ਦਮਨਵੀਰ ਨੇ ਬਸਪਾ ਤੇ ਵਰਕਰਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸਾਹਿਬ ਕਾਂਸ਼ੀ ਰਾਮ ਦੀ ਗੱਲ ਕਰੀਏ ਤਾਂ ਪੁਰਾਣੀਆਂ ਜੇ ਸਪੀਚਿਸ ਉਹਨਾਂ ਦੀਆਂ ਸੁਣ ਲਈਏ, ਮੇਰੇ ਮਿਸ਼ਨਰੀ ਸਾਥੀ ਤੇ ਨੌਜਵਾਨ ਸਾਥੀ ਅੱਜ ਕੱਲ੍ਹ ਜਿਹੜੇ ਉਹਨਾਂ ਨੂੰ ਸੁਣਦੇ, ਉਹਨਾਂ ਦੇ ਫੋਲੋਅਰ ਹੈ, ਜ਼ਰੂਰ ਜਾਣਦੇ ਹੋਣਗੇ ਵੀ ਕੋਈ ਵੀ ਸਪੀਚ ਉਹਨਾਂ ਦੀ ਐਸੀ ਨਹੀਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ
ਕੋਟ ਨਾ ਕੀਤਾ ਹੋਵੇ। ਇੱਥੋਂ ਤੱਕ ਕਿ ਕਿਸੇ ਸਮੇਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਇਲੈਕਸ਼ਨ ਮੈਨੀਫੈਸਟੋ, ਚੋਣ ਮਨੋਰਥ ਪੱਤਰ ਕੀ ਹੈ, ਤਾਂ ਉਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਚੋਣ ਮਨੋਰਥ ਪੱਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋਚ ਹੈ। ਤੇ ਅੱਜ ਜੋ ਅਲਾਇੰਸ ਹੋਇਆ ਹੈ ਬਸਪਾ ਦਾ, ਬੀਐਸਪੀ ਦਾ, ਜੋ ਸਾਹਿਬ ਕਾਂਸ਼ੀ ਰਾਮ ਜੀ ਵੱਲੋਂ ਸਥਾਪਿਤ ਬਸਪਾ ਹੈ, ਉਹਦਾ ਅਲਾਇੰਸ ਅੱਜ ਬਾਦਲਾਂ ਨਾਲ ਹੋਇਆ। ਇੱਕ ਪਾਸੇ ਸਾਹਿਬ ਕਾਂਸ਼ੀ ਰਾਮ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੋਚ ਨੂੰ ਆਪਣਾ ਮਾਰਗਦਰਸ਼ਕ ਸਮਝਦੇ ਸੀ, ਆਪਣਾ ਮੈਨੀਫੈਸਟੋ ਸਮਝਦੇ ਸੀ, ਤੇ ਦੂਜੇ ਪਾਸੇ ਉਹ ਬਾਦਲ ਜਿਨ੍ਹਾਂ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀ ਦਾ ਲੱਗਾ ਹੋਇਆ। ਤੇ ਸੁਖਬੀਰ ਦੀ ਜਿਹੜੀ ਪਲੈਨਿੰਗ ਹੈ ਉਹ ਮੈਨੂੰ ਇਸ ਤਰ੍ਹਾਂ ਦੀ ਲੱਗਦੀ ਹੈ ਕਿ ਉਹ ਬਸਪਾ ਦਾ ਜਿਹੜਾ ਕੈਡਰ ਹੈ ਉਹ ਬਿਲਕੁਲ ਖਤਮ ਕਰਨਾ ਚਾਹੁੰਦਾ ਹੈ, ਕਿਉਂਕਿ ਸੀਟ ਸ਼ੇਅਰਿੰਗ, ਜਿਹੜੀ ਸੀਟ ਵੰਡ ਹੋਈ ਹੈ, ਉਸ ਨੂੰ ਦੇਖਦੇ ਹੋਏ ਖਾਸ ਤੌਰ ਤੇ ਦੁਆਬੇ ਦੇ ਵਿੱਚ ਜਿੱਥੇ ਸੀਟਾਂ ਦੀ ਜਿਹੜੀ ਵੰਡ ਹੈ ਉਹ ਦੇਖਦੇ ਆ, ਤੇ ਐਸੀਆਂ ਸੀਟਾਂ ਜਿੱਥੇ ਬਸਪਾ ਦਾ ਕੋਈ ਆਧਾਰ ਨਹੀਂ, ਕੋਈ ਵੋਟ ਬੈਂਕ ਨਹੀਂ, ਉਹ ਸੀਟਾਂ ਬਸਪਾ ਨੂੰ ਦੇ ਦਿੱਤੀਆਂ ਗਈਆਂ। ਤੇ ਜਿੱਥੇ ਬਸਪਾ ਬਹੁਤ ਵੱਡਾ ਵੋਟ ਬੈਂਕ ਲੈ ਕੇ ਬੈਠੀ ਹੈ, ਆਧਾਰ ਲੈ ਕੇ ਬੈਠੀ ਹੈ, ਹਮੇਸ਼ਾ ਉੱਥੋਂ ਉਹਨਾਂ ਦੇ ਜਿਹੜੇ ਪ੍ਰੋਮੀਨੈਂਟ ਕੈਂਡੀਡੇਟਸ ਆ ਉਹ ਲੜਦੇ ਰਹੇ ਆ, ਉਹ ਸੀਟਾਂ ਉਹਨਾਂ ਨੇ ਆਪਣੇ ਕੋਲ ਰੱਖ ਲਈਆਂ। SC/ST ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿਰੁੱਧ ਅੱਜ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਵਿਖੇ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਵਿਧਾਇਕ ਰੁਪਿੰਦਰ ਕੌਰ ਰੂਬੀ ਤੇ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਗਾਇਕ ਬਲਕਾਰ ਸਿੱਧੂ ਨੇ ਵੀ ਹਿੱਸਾ ਲਿਆ। ਆਪ ਆਗੂਆਂ ਦਾ ਕਹਿਣਾ ਸੀ ਕਿ ਇਸ ਘੁਟਾਲੇ ਲਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਾਂਗਰਸ ਲੀਡਰਾਂ ਤੇ ਨਸ਼ਾ ਤੇ ਰੇਤ ਮਾਫੀਆ ਚਲਾਉਣ ਦੇ ਵੀ ਆਰੋਪ ਲਗਾਏ। ਜਿਹੜਾ ਪੰਜਾਬ ਸਰਕਾਰ ਨੇ ਦਲਿਤ ਵਿਦਿਆਰਥੀਆਂ ਦੇ ਨਾਲ ਧੋਖਾ ਦਿੱਤਾ ਹੈ ਤੇ ਉਹਨਾਂ ਦਾ ਵਜ਼ੀਫਾ ਨਹੀਂ ਦਿੱਤਾ, ਜਿਹੜਾ ਕਿ 2017 ਤੋਂ ਹੀ ਪਿਆ ਹਲੇ ਤੱਕ, ਉਹਦੇ ਖਿਲਾਫ ਅਸੀਂ ਅੱਜ ਰੋਸ ਮੁਜ਼ਾਹਰਾ ਕੀਤਾ। ਕੱਲ੍ਹ ਜਲੰਧਰ ਦੇ ਵਿੱਚ ਕੀਤਾ ਸੀਗਾ। ਇਹ ਜਿਹੜੀ ਕਾਂਗਰਸ ਸਰਕਾਰ ਹੈ, ਪਹਿਲਾਂ ਜਦੋਂ ਇਹ ਵਿਰੋਧੀ ਧਿਰ ਸੀ ਉਦੋਂ ਅਕਾਲੀ ਦਲ ਨੂੰ ਕਹਿੰਦੀ ਹੁੰਦੀ ਸੀ ਕਿ ਇਹਨਾਂ ਨੇ ਸਾਡੇ ਦਲਿਤ ਭਾਈਚਾਰੇ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਦਾ ਵਜ਼ੀਫਾ ਖਾ ਲਿਆ। 500 ਕਰੋੜ ਦਾ ਘਪਲਾ ਕੀਤਾ ਕਹਿੰਦੇ ਅਕਾਲੀ ਦਲ ਨੇ, ਤੇ ਤੁਸੀਂ ਉਹਨਾਂ ਦੇ ਤਾਂ ਕੀ ਕਾਰਵਾਈ ਕਰਾਉਣੀ ਸੀ। ਅੱਜ ਤੁਹਾਡੀ ਸਰਕਾਰ ਆ ਗਈ, ਤੁਹਾਡੇ ਮੰਤਰੀ ਖੁਦ ਸਾਧੂ ਸਿੰਘ ਧਰਮਸੋਤ ਜੀ ਤੇ ਜਿੰਨੇ ਵੀ ਤੁਹਾਡੇ ਮੰਤਰੀ ਨੇ ਖੁਦ ਘਪਲੇ ਕਰ ਰਹੇ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ। ਤੁਸੀਂ ਸਾਡੇ ਦਲਿਤ ਭਾਈਚਾਰੇ ਦੇ ਲੋਕਾਂ ਦਾ ਵਜ਼ੀਫਾ ਖਾ ਲਿਆ। ਘੱਟੋ ਘੱਟ 2017-18 ਦਾ 567 ਕਰੋੜ ਪਿਆ, 18-19 ਦਾ 437 ਕਰੋੜ ਪਿਆ ਤੇ 19-20 ਦਾ 437 ਕਰੋੜ ਪਿਆ ਬਕਾਇਆ ਪਿਆ ਪੰਜਾਬ ਸਰਕਾਰ ਦਾ। ਪੰਜਾਬ ਸਰਕਾਰ ਬਹਾਨੇ ਮਾਰਦੀ ਹੈ ਕਿ ਇਹ ਤਾਂ ਜੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਕੇਂਦਰ ਸਰਕਾਰ ਨੇ, ਮੈਂ ਇਹ ਵਿਧਾਨ ਸਭਾ 'ਚ ਵੀ ਮੁੱਦਾ ਚੱਕਿਆ ਸੀ ਵੀ ਕੇਂਦਰ ਸਰਕਾਰ ਨੇ 2017-18 'ਚ ਕਹਿਤਾ ਸੀਗਾ ਕਿ ਜਿੰਨੀ ਵੀ ਦਲਿਤ ਵਿਦਿਆਰਥੀਆਂ ਨੂੰ ਵਜ਼ੀਫਾ ਦੇਣਾ ਹੈ ਇਹਦੀ ਸਾਰੀ ਅਦਾਇਗੀ ਪੰਜਾਬ ਸਰਕਾਰ ਹੀ ਕਰੇਗੀ। ਤਾਂ ਫਿਰ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਆ ਇਹ? ਕਿਉਂ ਸਾਡੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਧੋਖਾ ਦਿੱਤਾ ਇਹਨਾਂ ਨੇ? ਕਿਉਂ ਉਹਨਾਂ ਨੂੰ ਵਾਂਝੇ ਰੱਖਿਆ? ਕਹਿੰਦੇ ਅਸੀਂ ਚਿੱਟਾ ਬੰਦ ਕਰ ਦਾਂਗੇ, ਨਸ਼ੇ ਬੰਦ ਕਰ ਦਾਂਗੇ, ਸਮਗਲਰ ਫੜ ਲਾਂਗੇ। ਇਹ ਚੇਨ ਬਣੀ ਹੋਈ ਹੈ ਮਿੱਤਰੋ ਪਿੰਡਾਂ ਦੇ ਵਿੱਚ। ਜੇ ਤੁਸੀਂ ਦਵਾਈ ਲੈਣੀ ਹੋਵੇ ਤੁਹਾਨੂੰ ਦਵਾਈ ਨਹੀਂ ਮਿਲਦੀ, ਕੋਈ ਢਿੱਡ ਦੁਖਦਾ ਹੋਵੇ, ਸਿਰ ਦੁਖਦਾ ਹੋਵੇ, ਘਰੇ ਕੁੜੀਆਂ ਦੇ ਵਿੱਚ ਘਰੇ ਦੇ ਜਾਂਦੇ ਨੇ। ਐਤਕੀ ਨਵਾਂ ਕੰਮ ਕੱਢ ਲਿਆ, ਹਰ MLA ਨੇ ਸ਼ਰਾਬ ਦੀਆਂ ਫੈਕਟਰੀਆਂ ਲਾ ਲਈਆਂ। ਫੈਕਟਰੀਆਂ ਲਾ ਟਰੱਕਾਂ ਦੇ ਟਰੱਕ ਵੇਚ ਰਹੇ ਆ। ਕਿਸੇ ਨੂੰ ਕੋਈ ਫੜ ਕੇ ਅੰਦਰ ਕੀਤਾ? ਉਹ ਸਾਡੀ ਜਵਾਨੀ ਖਾ ਲਈ ਇਹਨਾਂ ਨੇ। ਦੋਨਾਂ ਪਾਰਟੀਆਂ ਨੇ ਬਰਬਾਦ ਕਰਤਾ ਪੰਜਾਬ। ਜਿੱਥੇ ਇੱਕ ਪਾਸੇ ਪੰਜਾਬ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਪੋਸਟਰ ਵਾਰ ਚੱਲ ਰਹੀ ਹੈ, ਉੱਥੇ ਹੀ ਵਿਧਾਨ ਸਭਾ ਹਲਕਾ ਮਲੋਟ ਤੇ ਲੰਬੀ ਵਿਖੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਪੋਸਟਰ ਲੱਗਣ ਨਾਲ ਸਿਆਸੀ ਹਲਚਲ ਮਚ ਗਈ ਹੈ। ਮਲੋਟ ਤੋਂ ਪੰਜਾਬ ਵਿਧਾਨ ਸਭਾ ਤੇ ਡਿਪਟੀ ਸਪੀਕਰ ਅਜੈਬ ਸਿੰਘ ਪੱਟੀ ਤੇ ਲੰਬੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਧਾਇਕ ਹਨ। ਇਹਨਾਂ ਹਲਕਿਆਂ 'ਚ ਪ੍ਰਤਾਪ ਸਿੰਘ ਬਾਜਵਾ ਦੇ ਪੋਸਟਰ ਲੱਗਣ ਉੱਤੇ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਜਸਪਾਲ ਸਿੰਘ ਨੇ ਕਿਹਾ, ਪ੍ਰਤਾਪ ਸਿੰਘ ਬਾਜਵਾ ਸਤਿਕਾਰਯੋਗ ਸ਼ਖਸੀਅਤ ਹਨ ਜੋ ਇਹਨਾਂ ਹਲਕਿਆਂ 'ਚ ਅਕਸਰ ਵਿਚਰਦੇ ਰਹਿੰਦੇ ਹਨ, ਇਸ ਲਈ ਉਹਨਾਂ ਦੇ ਪੋਸਟਰ ਲੱਗਣ ਦਾ ਕੋਈ ਸਿਆਸੀ ਅਰਥ ਨਹੀਂ ਕੱਢਿਆ ਜਾਣਾ ਚਾਹੀਦਾ। ਜਦੋਂ ਮੈਨੂੰ ਹੁਣੇ ਤੁਹਾਡੇ ਤੋਂ ਪਤਾ ਲੱਗਾ ਕਿ ਪਿੰਡਾਂ ਦੇ ਵਿੱਚ ਕਈ ਜਗ੍ਹਾ ਪੋਸਟਰ ਲਗਾਏ ਗਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ। ਬਾਜਵਾ ਸਾਹਿਬ ਬਹੁਤ ਕੱਦਾਵਰ ਆਗੂ ਹੈ, ਸਾਡੇ ਬਹੁਤ ਸਤਿਕਾਰਯੋਗ ਹੈ ਔਰ ਉਹ ਕੋਈ ਮਤਲਬ ਕਿ ਜਾਣਿਆ ਪਹਿਚਾਣਿਆ ਚਿਹਰਾ ਹੈਗਾ ਔਰ ਉਹਨਾਂ ਦੀ ਵਿਜ਼ਨ, ਉਹਨਾਂ ਦੀ ਜੋ ਪੋਜ਼ਿਟਿਵਿਟੀ ਹੈ ਪੰਜਾਬੀਅਤ ਲਈ, ਆਮ ਬੰਦੇ ਦੀਆਂ ਮੁਸ਼ਕਲਾਂ ਨੂੰ ਜੋ ਉਹਨਾਂ ਦੇ ਪ੍ਰਤੀ ਉਹ ਸੰਜੀਦਾ ਨੇ, ਉਹ ਉਹਨਾਂ ਦੇ ਕਰਕੇ ਲੋਕ ਉਹਨਾਂ ਨੂੰ ਚਾਹੁੰਦੇ ਨੇ ਤੇ ਲੋਕਾਂ ਨੇ ਸ਼ਾਇਦ ਪਿੰਡਾਂ ਦੇ ਵਿੱਚ ਲਗਵਾਏ ਹੋਣੇ ਆ, ਕਿਉਂਕਿ ਉਹ ਖਾਸ ਕਰਕੇ ਵਿਚਰਦੇ ਰਹੇ ਨੇ ਬਤੌਰ PPCC ਪ੍ਰਧਾਨ, ਫਿਰ ਹੁਣ ਮੈਂਬਰ ਰਾਜ ਸਭਾ ਨੇ ਔਰ ਉਸ ਤੋਂ ਪਹਿਲਾਂ ਮਿਨਿਸਟਰ ਰਹੇ ਨੇ।
बड़े बहुत कद्दावर बहुत सत्कारयोग बड़े जाने पहचाने ना है सरदार प्रताप सिंह बाजवा और लोगों ने लगवाए है पोस्टर जो लगवाए होंगे मैनू वैसे मैनू नहीं पता इस बारे पर मैनू सुन च आया तुहाडे माध्यम राही कि लोगों ने पोस्टर लगवाए तो कोई वड्डी गल नहीं कि लगवा सकते हैं क्योंकि नॉन चेहरा ने लोग बहुत सारे लोग जुड़े हुए ने उन्होंने नाल। संयुक्त किसान मोर्चे ਵੱਲੋਂ 26 ਜੂਨ ਨੂੰ ਮੋਰਚੇ ਦੇ 7 ਮਹੀਨੇ ਪੂਰੇ ਹੋਣ ਤੇ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। 26 ਨੂੰ ਕਿਸਾਨ ਦੇਸ਼ ਭਰ ਵਿੱਚ ਗਵਰਨਰ ਹਾਊਸ ਅੱਗੇ ਧਰਨਾ ਦੇਣਗੇ ਅਤੇ ਰਾਸ਼ਟਰਪਤੀ ਦੇ ਨਾਮ ਕਾਨੂੰਨ ਰੱਦ ਕਰਾਉਣ ਲਈ ਮੰਗ ਪੱਤਰ ਭੇਜਣਗੇ। ਇਸ ਸੰਬੰਧੀ ਫਗਵਾੜਾ ਵਿੱਚ ਟੀਵੀ ਪੰਜਾਬ ਨਾਲ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂਆਂ ਦਾ ਕਹਿਣਾ ਹੈ ਕਿ 26 ਨੂੰ ਵੱਡਾ ਕਾਫਲਾ ਫਗਵਾੜਾ ਤੋਂ ਚੰਡੀਗੜ੍ਹ ਗਵਰਨਰ ਹਾਊਸ ਵੱਲ ਜਾਵੇਗਾ। ਭਾਜਪਾ ਦੇ ਆਗੂਆਂ ਵੱਲੋਂ ਲਗਾਤਾਰ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਉਠਾਉਣ ਤੇ ਬੋਲਦਿਆਂ ਕਿਸਾਨ ਆਗੂਆਂ ਹਰਭਜਨ ਸਿੰਘ ਦਾ ਕਹਿਣਾ ਸੀ ਕਿ ਇਹਨਾਂ ਦੇ ਜ਼ਮੀਰ ਹੁਣ ਜਾਗਣੇ ਸ਼ੁਰੂ ਹੋ ਗਏ ਨੇ ਪਰ ਕਈਆਂ ਦੇ ਸੁਰ ਅਜੇ ਵੀ ਨਹੀਂ ਬਦਲੇ। ਦੇਖੋ ਜੀ ਸੰਯੁਕਤ ਮੋਰਚੇ ਦਾ ਜਿਹੜੀ ਕਾਲ ਆਈ ਹੈ ਪੂਰੇ ਭਾਰਤ ਦੇ ਜਿੰਨੇ ਗਵਰਨਰ ਨੇ ਜਿਹੜੇ ਏਰੀਆ ਜਿੱਥੇ ਸਟੇਟਾਂ ਦੇ ਪੈਂਦੇ ਨੇ ਸਾਡਾ ਪੈਂਦਾ ਚੰਡੀਗੜ੍ਹ ਬੱਸਾਂ ਭਰ ਜਾਣੀਆਂ ਗਵਰਨਰ ਦੇ ਮੋਹਰੇ ਧਰਨਾ ਲਾਇਆ ਜਾਏਗਾ ਤੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਜਾਏਗਾ ਜੋ ਕਿ ਰਾਸ਼ਟਰਪਤੀ ਨੂੰ ਸੌਂਪਣਗੇ ਕਿਉਂਕਿ ਸਾਡਾ ਹੁਣ ਸਰਕਾਰ ਦੇ ਉੱਤੇ ਵਿਸ਼ਵਾਸ ਉੱਠ ਗਿਆ ਤੇ ਅਸੀਂ ਹੁਣ ਸਿੱਧਾ ਰਾਸ਼ਟਰਪਤੀ ਨੂੰ ਜਾ ਕੇ ਸਾਰੇ ਮੰਗ ਪੱਤਰ ਦੇ ਗਵਰਨਰ ਦੇ ਥਰੂ ਭੇਜਾਂਗੇ ਤੇ ਉਸ ਤੋਂ ਬਾਅਦ ਵੀ ਸਾਡੀਆਂ ਨਾ ਮੰਗਾਂ ਮੰਨੀਆਂ ਗਈਆਂ ਤੇ ਸੰਘਰਸ਼ ਹੋਰ ਤੇਜ਼ ਹੋਏਗਾ। ਤੁਹਾਨੂੰ ਪਤਾ ਲੱਗਾ ਹੋਣਾ ਕਿ ਪੰਜਾਬ ਦੇ ਵਿੱਚ ਮੈਂ ਮਰੀਆਂ ਨਹੀਂ ਕਵਾਂਗਾ ਜਿਹੜੀਆਂ ਸੁੱਤੀਆਂ ਜ਼ਮੀਰਾਂ ਵਾਲੇ ਅੱਜ ਬੀਜੇਪੀ ਵਾਲਿਆਂ ਦੀਆਂ ਪਰਮੇਸ਼ਰ ਨੇ ਕੋਈ ਕਿਰਪਾ ਕੀਤੀ ਕਿ ਉਹਨਾਂ ਦੀਆਂ ਜ਼ਮੀਰਾਂ ਜਾਗ ਪਈਆਂ ਤੇ ਉਹ ਸੱਚਾਈ ਬੋਲਣ ਲੱਗ ਪਏ। ਸੱਚਾਈ ਬੋਲਣ ਤੇ ਵੇਖੋ ਇਹ ਸੰਘਰਸ਼ ਜਿਹੜਾ ਚੱਲ ਰਿਹਾ ਉਹਦਾ ਹੀ ਸਾਰਾ ਅਸਰ ਹੈ। ਲੋਕ ਕਹਿੰਦੇ ਸੀ ਕੀ ਬਣਿਆ ਤੁਹਾਨੂੰ ਪਤਾ ਬੰਗਾਲ 'ਚ ਬਣ ਗਿਆ ਯੂਪੀ 'ਚ ਪੰਚਾਇਤੀ ਇਲੈਕਸ਼ਨ ਹਾਰ ਗਏ ਹੁਣ ਪੰਜਾਬ 'ਚ 22 'ਚ ਇਲੈਕਸ਼ਨ ਨੇ ਉਹ ਬੋਲਣ ਲੱਗ ਪਏ ਬੀਜੇਪੀ ਵਾਲੇ। ਤੰਤਰ ਮੰਤਰ ਦੇ ਨਾਮ ਉੱਤੇ ਭੋਲੀਆਂ ਭਾਲੀਆਂ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਬਾਬਿਆਂ ਦੀ ਇਸ ਦੇਸ਼ ਵਿੱਚ ਕੋਈ ਕਮੀ ਨਹੀਂ ਹੈ। ਹੁਣ ਪਠਾਨਕੋਟ ਦੇ ਪਧਰੋਆ ਮੁਹੱਲੇ ਤੋਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਬਾਬੇ ਨੇ ਇਲਾਜ ਦੇ ਨਾਮ ਉੱਤੇ ਇੱਕ ਨਾਬਾਲਿਗ ਕੁੜੀ ਨਾਲ ਜ਼ਬਰ ਜਨਾਹ ਕੀਤਾ। ਕੁੜੀ ਨੇ ਘਰ ਜਾ ਕੇ ਇਸ ਬਾਰੇ ਦੱਸਿਆ ਤਾਂ ਉਸਦੇ ਪਰਿਵਾਰ ਨੇ ਬਾਬੇ ਦੀ ਖੂਬ ਭੁਗਤ ਸਵਾਰੀ ਤੇ ਪੁਲਿਸ ਨੂੰ ਉਸਦੀ ਕਰਤੂਤ ਬਾਰੇ ਜਾਣਕਾਰੀ ਦਿੱਤੀ। ਹੁਣ ਪੁਲਿਸ ਨੇ ਬਾਬੇ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਕਿਹੜੀ ਕੁਰਾਨ ਜਿੱਦਾਂ ਲਿਖਿਆ ਮਾਰੇ ਨੰਗੇ ਕੱਪੜੇ ਕਰਕੇ ਫੇਰ ਕੁੜੀ ਦਾ ਇਲਾਜ ਕੀਤਾ ਜਾਂਦਾ ਹੈ। ਇਹ ਤਸਵੀਰਾਂ ਪਠਾਨਕੋਟ ਦੇ ਮਹੱਲਾ ਪਧਰੋਆ ਦੀਆਂ ਨੇ ਜਿੱਥੇ ਕੁਝ ਲੋਕ ਲਾਟੀ ਬਾਬਾ ਨਾਮ ਦੇ ਸ਼ਖਸ ਨਾਲ ਕੁੱਟਮਾਰ ਕਰ ਰਹੇ ਨੇ। ਝਾੜ ਫੂਕ ਦਾ ਕੰਮ ਕਰਨ ਵਾਲੇ ਇਸ ਬਾਬੇ ਉੱਤੇ ਲੋਕਾਂ ਨੇ ਇੱਕ ਨਾਬਾਲਗ ਕੁੜੀ ਨਾਲ ਜ਼ਬਰ ਜਨਾਹ ਕਰਨ ਦਾ ਆਰੋਪ ਲਗਾਇਆ। ਲੜਕੀ ਦੇ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਲਾਡੀ ਬਾਬਾ ਕੋਲ ਲਿਆਏ ਸਨ ਪਰ ਬਾਬੇ ਨੇ ਜੋ ਕਰਤੂਤ ਕੀਤੀ ਉਸ ਬਾਰੇ ਸੁਣ ਕੇ ਉਹਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਗੁੱਸੇ 'ਚ ਆਏ ਲੋਕਾਂ ਨੇ ਇਸ ਬਾਬੇ ਦੀ ਖੂਬ ਭਗਤ ਸਵਾਰੀ। ਉਹਨਾਂ ਦਾ ਕਹਿਣਾ ਸੀ ਕਿ ਬਾਬੇ ਨੇ ਉਹਨਾਂ ਦਾ ਵਿਸ਼ਵਾਸ ਤੋੜ ਦਿੱਤਾ ਹੈ। ਉਸਨੇ ਕੁੜੀ ਨਾਲ ਜੋ ਹਰਕਤ ਕੀਤੀ ਹੈ ਉਹ ਮੁਆਫੀ ਯੋਗ ਨਹੀਂ ਹੈ। बोल के बता इलाज कैसे किया था मुझसे बोलिए ही बात बोल के बता ਕੁੜੀਆਂ ਨੂੰ ਕਿੱਥੇ ਲੈ ਗਿਆ ਸੀ ਤੂੰ मुझसे बोल ऊपर बाथरूम कैसे इलाज किया था कैसे इलाज किया कैसे किया था और नींबू वाला इलाज किया था तुम्हारा नींबू वाला के पत्थर आगे नींबू का आगे क्या किया था बोल इलाज आगे दस तू की कितना को कैसे एक मिनट ये मैं सिर मारना पड़ता है चुप कर यार बहुत इलाज करन दे एक मिनट बस दस कितना ही एक मिनट उथे कितने बंदे उथे 4 बंदे ਤੁਹਾਡੇ ਕੋਲ ਸਬੂਤ ਹੈ ਮੇਰੇ ਕੋਲ ਸਾਰਾ ਸਬੂਤ ਹੈ ਜੋ ਕਰਨਾ ਮੈਂ ਨਹੀਂ ਕਿਹੜਾ ਬੰਦਾ ਉਥੇ ਬੰਦਾ ਕਿਹੜਾ ਹੀ ਜਿਹੜਾ ਸਬੂਤ ਹੈ ਉਥੇ ਦੋ ਚੇਲੇ ਸੀਗੇ ਯਾਰ ਸਿੱਧੂ ਆਪਣੇ मैं नहीं जी सही ਇੱਕ ਮਿੰਟ ਉਹ ਆਪਣੇ ਕੀ ਨਾਮ ਹੈ बबलू ही ना वो कितने ही सही थल्ले ऊपर कौन ही ਕੱਲਾ ਹੀ ਉੱਪਰ ਮੈਂ ਸਰਕਾਰ नहीं सही ऊपर ही ਮੈਂ ਹੀ ਕੱਲਾ ਉੱਤੇ ਉੱਥੇ ਮੈਂ ਕੁੜੀ ਨੂੰ ਕਿੱਥੇ ਲੈ ਗਏ ਇੱਕ ਮਿੰਟ बाकी दी धीयां ते बच्चे ना आगे मुझे तो ना जान से मार दूंगी ਕੋਠੇ ਕਿਹਨਾਂ ਨਾਲ मम्मी इलाज पूछ लो कैसे किया था बोल कैसे किया था ਬਾਥਰੂਮ ਚ ਲੈ ਗਏ ਨਾ ਉਹਨੂੰ कितना कितना ਇਸ਼ਨਾਨ ਕੀਤਾ दसो हुन सही ओनू ਉਹ ਪੁੱਛ ਲਓ ਕੁੜੀ ਬੋਲਣ ਦੀ 14 ਸਾਲਾਂ ਦੀ ਕੁੜੀ ਹੈ ਕਿਹੜਾ ਪਲਾਨ ਕੀਤਾ दसो हुन सही ओनू दसो हुन तुई केड़ा लाई इदा तुई कुड़ी नाल की कुड़ी दा केड़ा लाई इदा ही ਕਿਹੜਾ ਤੂੰ ਘਰ ਦੇ केड़ा विश्वास कीता सारे में मैं केड़ा विश्वास कीता ही ਕਿਹੜਾ ਸੰਸਕਾਰ ਕੀਤਾ ਪਹਿਲਾਂ ਕੁੜੀ ਨੂੰ ਕੋਠੇ ਲੈ ਗਏ ਯਾਰ ਤੁਸੀਂ ਕਿਉਂ ਨਹੀਂ ਇੱਕ ਮਿੰਟ ਉਹ ਕੁੜੀ ਉਹਦਾ ਸੰਸਕਾਰ ਕੀਤਾ विश्वास कीता ही केड़ा विश्वास कीता तुई साडे ते सही हुन मैं तेनू पता ना तू इन्ने क्यों नहीं कीता ਤੂੰ ਜੇ ਮੈਂ ਕੀਤਾ ਹੋਏਗਾ ਨਾ ਮੇਰੀ ਗੱਲ ਉਹ ਝੂਠ ਨਹੀਂ ਬੋਲ ਸਕਦੀ ਉਹ ਝੂਠ ਜੇ ਮੈਂ ਹੁਣ ਕੀਤਾ ਹੋਏਗਾ ਨਾ ਤੇ ਮੈਂ ਇੱਥੇ ਹੀ ਜਾਣ ਦੇ ਲਵਾਂ ਦੇ ਉਹ ਕੁੜੀਆਂ ਨਾ ਜਾਣ ਬੋਲਣ ਦੀ ਆ ਨਹੀਂ ਉਹ 14 ਸਾਲ ਦੀ ਕੁੜੀ ਹੈ ਉਹਨੂੰ ਕੀ ਨੋਲਾ ਧਿਆਨ ਦੀ
ਇਹਨਾਂ ਨੇ ਕਿਹਾ ਇਲਾਜ ਕਰਨਾ, ਕੋਈ ਵੀ ਨਹੀਂ ਦਰਬਾਰ ਚ ਮਾਤਾ ਜੀ। ਉਹ ਕੁੜੀ ਨੇ ਮੈਨੂੰ ਰੋਂਦੇ ਹੋਏ ਘਰ ਜਾ ਕੇ ਦੱਸਿਆ, ਇਹਨਾਂ ਨੇ ਉਹਨੂੰ ਏਦਾਂ ਰੱਖਿਆ, ਕੱਪੜੇ ਖੋਲ ਕੇ ਕਹਿੰਦੇ ਆਪੇ ਵੀ ਨੰਗੇ ਹੋਏ। ਉਹਨੂੰ ਕਹਿੰਦੇ ਏਦਾਂ ਕਰ। ਉਹਨੂੰ ਕਹਿੰਦੇ ਤੂੰ ਜੇ ਮੈਂ ਦੱਸਿਆ ਤੇ ਮੈਂ ਤੇ ਨਾ ਕਰ ਦਾਂਗਾ, ਮੈਂ ਨਾ ਕਰ ਦਾਂਗਾ, ਕੋਈ ਫੈਮਿਲੀ ਨਾ ਕਰ ਦਾਂਗਾ। ਐ ਨਹੀਂ ਕਰ ਗਈ ਕੋਈ ਵੀ ਲੱਗ ਗਿਆ ਨਹੀਂ ਮਾਤਾ ਜੀ। ਉੱਪਰ ਵਾਲੇ ਬਾਥਰੂਮ ਚ ਇਕੱਲੇ ਕਿਹੜਾ ਇਲਾਜ ਹੁੰਦਾ ਮੈਨੂੰ ਦੱਸੋ। ਸਿੱਧੂ ਮੇਰੀ ਗੱਲ ਸੁਣ, ਕਿਹੜੀ ਕੁਰਾਨ ਚ ਤਾਂ ਲਿਖਿਆ ਮਾਤਾ ਜੀ ਨੰਗੇ ਕੱਪੜੇ ਕਰਕੇ ਤੇ ਕੁੜੀ ਦਾ ਇਲਾਜ ਕੀਤਾ ਜਾਂਦਾ ਹੈ? ਇੱਕ ਮਿੰਟ ਸ਼ਾਂਤੀ ਨਾਲ ਗੱਲ ਕਰੋਗੇ? ਸਿੱਧੂ ਤੂੰ ਤਾਂ ਜਾਣਨਾ ਚਾਹੀਦਾ। ਮਾਤਾ ਜੀ ਮੈਂ ਜਾਣਨਾ ਨਹੀਂ, ਪਰ ਮੇਰਾ ਵਿਸ਼ਵਾਸ ਤੋੜਿਆ। ਮਾਤਾ ਜੀ ਉਹ ਕੁੜੀ ਨਹੀਂ ਝੂਠ ਬੋਲ ਸਕਦੀ। ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। ਪੁਲਿਸ ਨੇ ਫੌਰਨ ਕਾਰਵਾਈ ਕਰਦਿਆਂ ਲਾਡੀ ਬਾਬਾ ਨੂੰ ਗ੍ਰਿਫਤਾਰ ਕਰ ਲਿਆ। ਇਸ ਮਗਰੋਂ ਲਾਡੀ ਬਾਬਾ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ। ਹੁਣ ਪੁਲਿਸ ਬਾਬੇ ਤੋਂ ਅਗਲੇਰੀ ਪੁੱਛਗਿੱਛ ਕਰ ਰਹੀ ਹੈ। ਕੱਲ੍ਹ ਸਾਡੇ ਧਿਆਨ ਦੇ ਵਿੱਚ ਜਿਹੜਾ ਇੱਕ ਮਾਮਲਾ ਜਿਹੜਾ ਅੱਜ ਸਵੇਰੇ ਉਹ ਇਹ ਆਇਆ ਕਿ ਇੱਕ ਨਾਬਾਲਗ ਬੱਚੀ ਹੈ ਜਿਹਦਾ ਇੱਕ ਜਿਹੜੇ ਬਾਬੇ ਦਾ ਜਾਂ ਝਾੜ ਫੂਕ ਦਾ ਕੰਮ ਕਰਦਾ ਹੈ ਲਾਡੀ ਬਾਬਾ ਭਦਰੋਏ ਤੋਂ, ਉਹਨੂੰ ਆਪਣੇ ਘਰੇ ਬੁਲਾਇਆ ਤੇ ਝਾੜ ਫੂਕ ਦੇ ਨਾਂ 'ਤੇ ਬਾਅਦ 'ਚ ਉਹਨ ਬੱਚੀ ਨਾਲ ਬਲਾਤਕਾਰ ਕੀਤਾ। ਇਹ ਇਨਫੋਰਮੇਸ਼ਨ ਸਾਡੇ ਕੋਲ ਜਦੋਂ ਆਈ ਹੈ, ਅਸੀਂ ਉੱਥੇ FIR ਦਰਜ ਕਰਕੇ ਤੇ ਜਿਹੜਾ ਅਕਿਊਜ਼ ਉਹਨੂੰ ਅਰੈਸਟ ਕਰ ਲਿਆ। ਅੱਜ ਉਹਨੂੰ ਕੋਰਟ 'ਚ ਪੇਸ਼ ਕੀਤਾ, 2 ਦਿਨ ਦੇ ਰਿਮਾਂਡ 'ਤੇ ਹੈ। ਬਾਕੀ ਇਨਵੈਸਟੀਗੇਸ਼ਨ ਜਿਹੜੀ ਸਾਡੀ ਚੱਲ ਰਹੀ ਹੈ। ਜੋ ਉਹਨਾਂ ਦੇ ਦੱਸਣ ਮੁਤਾਬਕ ਹੈ ਕਿ ਇਹ ਜਿਹੜੇ ਮੱਥਾ ਟੇਕਣ ਜਾਂਦੇ ਸੀ ਉਹਦੇ ਕੋਲ, ਤੇ ਜਿਹੜਾ ਬਾਬਾ ਹੈ ਉਹਨਾਂ ਦੇ ਘਰਦਿਆਂ ਨੂੰ ਕਿਹਾ ਵੀ ਤੁਹਾਡੀ ਲੜਕੀ ਦੇ ਵਿੱਚ ਕੋਈ ਥੋੜ੍ਹਾ ਕਸੂਰ ਹੈ, ਕਿਸੇ ਗੱਲ ਦਾ ਕੋਈ ਬਾਹਰ ਦੀ ਸ਼ਾਇ ਹੈ, ਇੱਦਾਂ ਦਾ ਕੁਛ ਕਿਹਾ ਉਹਨਾਂ ਨੇ, ਤੇ ਇਹਦਾ ਇਲਾਜ ਕੀਤਾ ਜਾਣਾ, ਤੁਸੀਂ ਇਹਨੂੰ ਮੇਰੇ ਕੋਲ ਭੇਜੋ। ਜਦੋਂ ਉਹ ਆਈ ਹੈ ਤੇ ਉਹਦੀ ਜਿਹੜੀ ਛੋਟੀ ਭੈਣ ਵੀ ਕਹਿੰਦੇ ਨਾਲ ਸੀਗੀ, ਤੇ ਉਹਨੂੰ ਦੂਜੇ ਕਮਰੇ 'ਚ ਬਿਠਾਤਾ ਤੇ ਉਹਨੂੰ ਕਹਿਤਾ ਵੀ ਤੂੰ ਇੱਕ ਦੂਜੇ ਨਾਲ ਮੱਥੇ ਨਹੀਂ ਲੱਗਣਾ। ਉਸ ਤੋਂ ਬਾਅਦ ਫਿਰ ਉਹਨਾਂ ਇਹ ਗਲਤ ਕੰਮ ਕੀਤਾ। ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਬਾਕੀ ਜੋ ਗੱਲ ਕਲੀਅਰ ਹੁੰਦੀ ਜਾਏਗੀ ਉਸ ਹਿਸਾਬ ਨਾਲ। ਕੁੜੀ ਜਿਹੜੀ ਨਾਬਾਲਗ ਹੈ ਤੇ ਫਿਰ ਪੋਕਸੋ ਐਕਟ ਦੇ ਤਹਿਤ 376 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਘਟਨਾ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਨੂੰ ਬਾਬਿਆਂ ਉੱਤੇ ਅੰਧ ਵਿਸ਼ਵਾਸ ਕਰਨ ਦੀ ਥਾਂ ਜ਼ਰੂਰਤ ਪੈਣ ਉੱਤੇ ਡਾਕਟਰਾਂ ਕੋਲ ਇਲਾਜ ਕਰਵਾਉਣਾ ਚਾਹੀਦਾ ਹੈ। ਅਜਿਹੇ ਢੋਂਗੀ ਬਾਬਿਆਂ ਦੇ ਚੱਕਰ 'ਚ ਫਸ ਕੇ ਲੋਕ ਆਪਣੇ ਪੈਸੇ ਤੇ ਇੱਜ਼ਤ ਦੋਵੇਂ ਗਵਾ ਬੈਠਦੇ ਨੇ ਅਤੇ ਮੁੜ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ। ਸਰਕਾਰ ਤੇ ਪੰਜਾਬ ਪੁਲਿਸ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਕਈ ਫਰਜ਼ੀ ਟਰੈਵਲ ਏਜੰਟ ਨੌਜਵਾਨਾਂ ਨਾਲ ਧੋਖਾ ਕਰ ਰਹੇ ਹਨ। ਹੁਣ ਇਹਨਾਂ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ ਗੁਰਦਾਸਪੁਰ ਦੇ ਕਈ ਨੌਜਵਾਨ ਦੁਬਈ 'ਚ ਫਸ ਗਏ ਹਨ। ਏਜੰਟਾਂ ਨੇ ਵਰਕ ਵੀਜ਼ਾ ਦਾ ਕਹਿ ਕੇ ਨੌਜਵਾਨਾਂ ਨੂੰ ਵਿਜ਼ਟਰ ਵੀਜ਼ੇ ਉੱਤੇ ਦੁਬਈ ਭੇਜ ਦਿੱਤਾ। ਲੱਖਾਂ ਰੁਪਏ ਠੱਗ ਲਏ ਤੇ ਹੁਣ ਉਹ ਨੌਜਵਾਨਾਂ ਦਾ ਫੋਨ ਤੱਕ ਨਹੀਂ ਚੁੱਕ ਰਹੇ। ਦੁਬਈ 'ਚ ਫਸੇ ਨੌਜਵਾਨਾਂ ਨੇ ਹੁਣ ਇੱਕ ਵੀਡੀਓ ਵਾਇਰਲ ਕਰਕੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ। ਵਿਦੇਸ਼ਾਂ ਦੀ ਚਕਾਚੌਂਧ ਅਕਸਰ ਪੰਜਾਬੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਵਿਦੇਸ਼ ਜਾਣ ਦੀ ਤਾਂਘ 'ਚ ਕਈ ਵਾਰ ਪੰਜਾਬੀ ਨੌਜਵਾਨ ਗਲਤ ਏਜੰਟਾਂ ਦੇ ਹੱਥੇ ਚੜ ਜਾਂਦੇ ਨੇ ਅਤੇ ਮੁੜ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ। ਅਜਿਹਾ ਹੀ ਗੁਰਦਾਸਪੁਰ ਦੇ ਕੁਝ ਨੌਜਵਾਨਾਂ ਨਾਲ ਵਾਪਰਿਆ। ਇਹ ਨੌਜਵਾਨ ਦੁਬਈ 'ਚ ਫਸ ਗਏ ਨੇ ਅਤੇ ਵੀਡੀਓ ਸੰਦੇਸ਼ ਭੇਜ ਕੇ ਭਾਰਤ ਸਰਕਾਰ ਤੋਂ ਵਾਪਸ ਮੰਗਵਾਉਣ ਦੀ ਅਪੀਲ ਕਰ ਰਹੇ ਨੇ। ਏਜੰਟ ਨੇ ਇਹਨਾਂ ਨੌਜਵਾਨਾਂ ਨੂੰ ਵਰਕ ਦੀ ਥਾਂ ਵਿਜ਼ਟਰ ਵੀਜ਼ੇ ਉੱਤੇ ਦੁਬਈ ਭੇਜ ਦਿੱਤਾ। ਹੁਣ ਇਹਨਾਂ ਨੌਜਵਾਨਾਂ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ ਅਤੇ ਵੀਜ਼ਾ ਐਕਸਪਾਇਰ ਹੋਣ ਕਾਰਨ ਹੁਣ ਉਹਨਾਂ ਨੂੰ ਭਾਰੀ ਜੁਰਮਾਨਾ ਭਰਨਾ ਹੋਵੇਗਾ। ਇਹਨਾਂ ਨੌਜਵਾਨਾਂ ਵਿੱਚੋਂ ਕਈ ਬਿਮਾਰ ਵੀ ਹੋ ਗਏ ਨੇ, ਪਰ ਉਹ ਬਿਨਾਂ ਦਵਾਈ ਤੋਂ ਰਹਿਣ ਲਈ ਮਜਬੂਰ ਨੇ। ਨੌਜਵਾਨਾਂ ਕੋਲ ਖਾਣਾ ਖਾਣ ਲਈ ਪੈਸੇ ਤੱਕ ਨਹੀਂ ਬਚੇ। ਇਹ ਦੁਬਈ ਬੈਠੇ ਹੋਏ ਆ, ਇਹਨਾਂ ਨੇ ਕੰਮ ਦੀ ਆਸ ਦੇ ਵਿੱਚ 3-3 ਮਹੀਨੇ ਹੋ ਗਏ ਨੇ, ਤੇ ਮਗਰ ਹਲੇ ਵੀ ਕਿਸੇ ਨੂੰ ਵੀ ਕੰਮ ਨਹੀਂ ਮਿਲਿਆ, ਨਾ ਹੀ ਕੰਮ ਮਿਲਦੀ ਲੱਗਦਾ ਆਸ ਹੈ ਕੋਈ। ਇਹ ਸਾਰੇ ਬੰਦੇ ਕੁਛ ਗੁਰਦਾਸਪੁਰ ਤੋਂ ਨੇ, ਕੁਛ ਪਠਾਨਕੋਟ ਨੇ ਤੇ ਕੁਛ ਦੀਨਾਨਗਰ ਤੋਂ ਨੇ, ਠੀਕ ਹੈ ਜੀ। ਮਗਰ ਇਹਨਾਂ ਦਾ ਇਹ ਕਾਰਨ ਹੈ ਕਿ ਏਜੰਟਾਂ ਨੇ ਇਹਨਾਂ ਨੂੰ ਭੇਜਤਾ ਵਾ, ਮਗਰ ਹਲੇ ਵੀ ਕਿਸੇ ਦਾ ਕੋਈ ਵੀ ਕੰਮ ਨਹੀਂ ਹੋਇਆ, ਠੀਕ ਹੈ ਜੀ। ਕੁਛ ਬੰਦੇ ਗੁਰਪਾਲ ਦੇ ਨੇ JK, ਕੁਛ ਬੰਦੇ ਆਪਣੇ ਬੰਟੀ ਦੇ ਸ਼ਾਨ ਟਰੈਵਲ ਉਰਫ ਬੰਟੀ ਦੇ ਨਾਂ 'ਤੇ ਉਹ ਬੰਦਾ ਬੈਠਾ ਹੋਇਆ ਉੱਥੇ, ਉਹ ਟੂਰਿਸਟ ਵੀਜ਼ਾ ਦੇ ਭੇਜੀ ਜਾਂਦਾ। ਬਾਕੀ ਕੰਮ ਦਾ ਦਿਲਾਸਾ ਦਿੱਤਾ ਗਿਆ, 3 ਮਹੀਨੇ ਹੋ ਗਏ, ਹਲੇ ਕਿਸੇ ਨੂੰ ਵੀ ਕੰਮ ਨਹੀਂ ਮਿਲਿਆ। ਤੇ ਬਾਕੀ ਤੁਸੀਂ ਇਹਨਾਂ ਕੋ ਆਪਣੀ ਜ਼ੁਬਾਨੀ ਸੁਣ ਸਕਦੇ ਹੋ ਕੀ ਇਹਨਾਂ ਦੇ ਨੇ ਇੱਥੇ ਵਾਤਾ ਹੋ ਰਿਹਾ ਤੇ ਕੀ ਇਹਨਾਂ ਨੂੰ ਅੜਚਣ ਆ ਰਹੀ ਹੈ। ਮੈਨੂੰ 3 ਮਹੀਨੇ ਹੋਣ ਲੱਗੇ ਜੀ, ਮੇਰਾ ਫਾਈਨ ਵੀ ਬਹੁਤ ਪੈ ਗਿਆ, ਨਾ ਮੇਰਾ ਫਾਈਨ ਭਰ ਰਿਹਾ ਨਾ ਕੁਛ, ਨਾ ਮੈਂ ਉਹਨੂੰ ਫੋਨ ਕਰਿਆ ਨਾ ਮੇਰਾ ਫੋਨ ਚੱਕ ਰਿਹਾ। ਉਹ ਹੈ JK। ਤੁਹਾਡਾ ਕਿੰਨਾ ਫਾਈਨ ਹੋ ਗਿਆ? ਭਾਈ ਮੇਰਾ ਫਾਈਨ ਹੋ ਗਿਆ 25 ਤੋਂ 30 ਹਜ਼ਾਰ ਫਾਈਨ ਹੈ ਮੇਰਾ। ਮੈਂ ਕਿੱਦਾਂ ਦੇਵਾਂਗਾ? ਮੈਂ 1.5 ਤੋਂ 2 ਲੱਖ ਰੁਪਏ ਉਹਨੂੰ ਦੇ ਗਿਆ ਹੈਗਾ। ਵੇਖੋ ਵੀਰ ਜੀ, ਜੋ ਆਪਣੇ ਮਾਪਿਓ ਦਾ ਕਰਜ਼ਾ ਚੁੱਕ ਕੇ 70,000 80,000 ਲੱਖ ਰੁਪਏ ਤੱਕ ਲੱਗ ਆਇਆ, ਉਹਦਾ ਫਿਰ ਉੱਪਰੋਂ 30,000 ਰੁਪਏ ਫਾਈਨ ਪੈ ਰਿਹਾ। ਮੈਂ ਇਹ ਜਾਣਨਾ ਚਾਹੁੰਦਾ ਕਿ ਉਹ ਫਾਈਨ ਕਿੱਥੋਂ ਦੇਊਗਾ ਜਿਹਨੂੰ ਕੰਮ ਨਹੀਂ ਮਿਲਿਆ।
ਇੱਥੇ ਰੋਟੀ ਖਾਣਾ ਮੁਸ਼ਕਲ ਹੋ ਰਿਹਾ। ਉਹ ਫਾਈਨ ਕਿੱਥੋਂ ਤਾਰੂਗਾ? ਬਾਕੀ ਮੇਰੇ ਵੀਰ ਜੀ ਆ ਜੇ ਕਾਫੀ ਦਿਨਾਂ ਤੋਂ ਬਿਮਾਰ ਹੈ, ਠੀਕ ਆ ਜੀ। ਇਹਦੇ ਵੀ ਘਰ ਦੇ ਅੱਗੇ ਬਹੁਤ ਵਿਚਾਰਿਆਂ ਨੇ ਕਰਜ਼ਾ ਚੱਕ ਕੇ ਇਹਨੂੰ ਭੇਜਿਆ ਵਾ। ਮੈਂ ਇਸ ਵੀਰ ਤੋਂ ਜਾਣਨਾ ਚਾਹੁੰਦਾ ਤੁਹਾਨੂੰ ਕੀ ਦੁੱਖ ਹੈ? ਹਾਂਜੀ ਵੀਰ ਜੀ। ਭਾਜੀ ਮੈਨੂੰ ਖਾਂਸੀ ਤੇ ਜ਼ੁਕਾਮ ਸਰ ਬਿਨਾਂ ਆਈਡੀ ਤੋਂ ਉੱਥੇ ਦਵਾਈ ਨਹੀਂ ਦਿੰਦੇ ਹੈਗੇ, ਠੀਕ ਹੈ ਭਾਜੀ। ਨਾ ਆਪਣੀ ਆਈਡੀ ਹੈ ਨਾ ਭਾਜੀ ਵਿਜੇ ਵਧੇ ਪਏ ਆ, ਠੀਕ ਹੈ ਜੀ। ਆਪਾਂ ਘਰੋਂ ਮਾੜੇ ਬੰਦੇ ਆ ਭਾਜੀ। ਅੱਗੇ ਰੋਜ਼ ਤੋਂ ਰੋਜ਼ ਕਹਿੰਦਾ ਵਾ ਮਤਲਬ ਅੱਜ ਚੱਲ ਜਾਓਗੇ ਤੁਸੀਂ, ਕੱਲ ਚੱਲ ਜਾਓਗੇ ਭਾਜੀ। 2 ਮਹੀਨੇ ਤੇ ਮੈਨੂੰ ਹੋ ਗਿਆ ਭਾਜੀ, ਵੀਜ਼ਾ ਮੁੱਕੇ ਤੇ ਮੇਰਾ ਮਹੀਨਾ ਹੋ ਗਿਆ ਜੀ। ਤੁਸੀਂ ਕਿੱਥੋਂ ਦੇ ਵੀਰ ਜੀ? ਮੈਂ ਭਾਜੀ ਆਪਣਾ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ। ਕਿਹਦੇ ਥਰੂ? ਕਿਰਪਾਲ ਥਰੂ ਸਰ JK। ਅੱਛਾ ਗੁਰਪਾਲ। ਕਾਫੀ ਬੰਦੇ ਸਾਰੇ ਇੱਥੇ ਦੇਖ ਸਕਦੇ ਤੁਸੀਂ ਜਿਹੜੇ ਗੁਰਪਾਲ ਦੇ ਥਰੂ ਆਏ ਨੇ, ਠੀਕ ਹੈ ਜੀ। ਇਹਨਾਂ ਦਾ ਕੋਈ ਹੱਲ ਨਹੀਂ ਹੋ ਰਿਹਾ। ਅਸੀਂ ਇਸੇ ਗੱਲ ਤੇ ਬਸ ਉੱਥੇ ਕਹਿਣਾ ਚਾਹੁੰਦੇ ਕਿ ਗਾਂ ਵੀ ਕਿਸੇ ਨੂੰ ਵੀ ਝੂਠੀ ਉਮੀਦ ਦਵਾ ਕੇ ਨਾ ਭੇਜਿਆ ਜਾਵੇ, ਕਿਉਂਕਿ ਆ ਦੇਖੋ ਆ ਵੀਰ ਮੇਰਾ ਅੱਜ ਹਫ਼ਤੇ ਬਾਅਦ ਉੱਠਿਆ ਵਾ। ਇਹ ਵੀ ਇੱਥੇ ਆਇਆ ਪਹਿਲਾਂ ਕਿਸੇ ਹੋਰ ਕੰਪਨੀ ਦੇ ਵਿੱਚ ਹੀ, ਮਗਰੋਂ ਕੰਪਨੀ ਵਾਲਿਆਂ ਨੇ ਮੈਨੂੰ ਧੋਖਾ ਦਿੱਤਾ, ਫਿਰ ਇੱਥੇ ਆਇਆ। ਇੱਥੇ ਵੀ ਆ ਕੇ ਕੋਈ ਉਮੀਦ ਨਹੀਂ ਹੈ। ਇਹ ਵੀਰ ਦਾ 3000 ਫਾਈਨ ਹੈ, ਯਾਨੀ ਕਿ ਇੰਡੀਆ ਦਾ 50000, ਠੀਕ ਹੈ ਜੀ। ਹੁਣ ਮੈਨੂੰ ਦੱਸੋ ਜਿਹੜਾ ਗਰੀਬ ਪਰਿਵਾਰ 'ਚੋਂ ਆਇਆ ਉਹ ਕਿੱਥੋਂ ਇੰਨਾ ਫਾਈਨ ਦੇਊਗਾ, ਕਿੱਥੋਂ ਤਾਰੂਗਾ, ਠੀਕ ਹੈ ਜੀ। ਬਾਕੀ ਮੇਰੇ ਵੀ ਇਹ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਜ਼ਿਆਦਾ ਤੋਂ ਜ਼ਿਆਦਾ ਹਰ ਇੱਕ ਨੂੰ ਪਹੁੰਚਾਇਓ ਜਿਹੜਾ ਇਹਨਾਂ ਦਾ ਕੋਈ ਹੱਲ ਹੋ ਸਕੇ। ਨੌਜਵਾਨਾਂ ਦਾ ਕਹਿਣਾ ਹੈ ਕਿ ਏਜੰਟ ਨੇ ਉਹਨਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ। ਉਹ ਲੱਖਾਂ ਰੁਪਏ ਖਰਚ ਕਰਕੇ ਦੁਬਈ ਪਹੁੰਚੇ ਨੇ, ਪਰ ਕੰਮ ਨਾ ਮਿਲਣ ਕਾਰਨ ਉਹਨਾਂ ਦੇ ਹਾਲਾਤ ਦਿਨ ਪ੍ਰਤੀ ਦਿਨ ਬੱਤਰ ਹੁੰਦੇ ਜਾ ਰਹੇ ਨੇ। ਉਹਨਾਂ ਦੀ ਇੱਕੋ ਇੱਕ ਉਮੀਦ ਹੁਣ ਭਾਰਤ ਸਰਕਾਰ ਉੱਤੇ ਟਿਕੀ ਹੈ, ਇਸ ਲਈ ਉਹ ਸਰਕਾਰ ਅੱਗੇ ਉਹਨਾਂ ਨੂੰ ਜਲਦੀ ਵਾਪਸ ਆਪਣੇ ਦੇਸ਼ ਮੰਗਵਾਉਣ ਦੀ ਅਪੀਲ ਕਰ ਰਹੇ ਨੇ। ਪੰਜਾਬ ਵਿੱਚ ਲਗਾਤਾਰ ਦੂਜੇ ਦਿਨ ਆਏ ਤੂਫਾਨ ਨੇ ਭਾਰੀ ਤਬਾਹੀ ਮਚਾਈ। ਤੂਫਾਨ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਗੁਰਦਾਸਪੁਰ ਦੇ ਬਟਾਲਾ 'ਚ ਹੋਇਆ, ਜਿੱਥੇ ਕਈ ਦਰਖਤ ਟੁੱਟ ਕੇ ਸੜਕਾਂ ਤੇ ਵਿਛ ਗਏ। ਬਿਜਲੀ ਦੇ ਖੰਭੇ ਤੇ ਤਾਰਾਂ ਟੁੱਟਣ ਨਾਲ ਲੋਕਾਂ ਨੂੰ ਬਿਨਾਂ ਬਿਜਲੀ ਦੀ ਹੀ ਰਾਤ ਗੁਜ਼ਾਰਨੀ ਪਈ। ਕਈ ਥਾਵਾਂ ਤੇ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ਾਂ ਅਜੇ ਤੱਕ ਜਾਰੀ ਹਨ। ਇਸ ਤੂਫਾਨ ਕਾਰਨ ਬਟਾਲਾ ਦੇ ਸਿਵਲ ਹਸਪਤਾਲ ਤੇ ਪਸ਼ੂ ਹਸਪਤਾਲ ਦੀਆਂ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਣ ਦੀ ਖਬਰਾਂ ਮਿਲੀਆਂ ਹਨ। ਬੀਤੀ ਰਾਤ ਆਏ ਤੂਫਾਨ ਨਾਲ ਜ਼ਿਲ੍ਹਾ ਗੁਰਦਾਸਪੁਰ 'ਚ ਭਾਰੀ ਨੁਕਸਾਨ ਹੋਇਆ। ਸਭ ਤੋਂ ਵੱਧ ਤਹਿਸੀਲ ਬਟਾਲਾ ਦੇ ਆਸ-ਪਾਸ ਤਬਾਹੀ ਮਚੀ ਹੈ। ਇੱਥੇ ਕਈ ਥਾਵਾਂ ਉੱਤੇ ਸੜਕੀ ਆਵਾਜਾਈ ਦੇਰ ਰਾਤ ਤੋਂ ਹੀ ਦਰਖਤ ਡਿੱਗਣ ਨਾਲ ਪੂਰੀ ਤਰ੍ਹਾਂ ਬੰਦ ਹੋ ਗਈ। ਬਟਾਲਾ ਦੇ ਸਿਵਲ ਹਸਪਤਾਲ ਵਿੱਚ ਵੀ ਦਰਖਤ ਡਿੱਗਣ ਦੇ ਨਾਲ ਐਮਰਜੈਂਸੀ ਨੂੰ ਜਾਣ ਵਾਲਾ ਰਸਤਾ ਦੇਰ ਰਾਤ ਤੋਂ ਬੰਦ ਹੈ। ਇਸ ਦੇ ਨਾਲ ਹੀ ਬਿਜਲੀ ਬੋਰਡ ਦੇ ਕਈ ਪੋਲ ਅਤੇ ਤਾਰਾਂ ਨੂੰ ਨੁਕਸਾਨ ਪਹੁੰਚਿਆ, ਜਿਸ ਨਾਲ ਬਟਾਲਾ ਸ਼ਹਿਰ ਦੇ ਕਈ ਇਲਾਕਿਆਂ 'ਚ ਬਿਜਲੀ ਦੀ ਸਪਲਾਈ ਹੁਣ ਤੱਕ ਠੱਪ ਹੈ। ਬਿਜਲੀ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਨੁਕਸਾਨ ਜ਼ਿਆਦਾ ਹੋਣ ਦੇ ਚੱਲਦੇ ਸਮਾਂ ਲੱਗ ਰਿਹਾ ਹੈ। ਬਟਾਲਾ ਦੇ ਕਈ ਹਿੱਸਿਆਂ 'ਚ ਅੱਜ ਸ਼ਾਮ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹਿ ਸਕਦੀ ਹੈ। ਬਟਾਲਾ 'ਚ ਝੁੱਗੀ ਝੌਂਪੜੀ 'ਚ ਰਹਿਣ ਵਾਲੇ ਲੋਕ ਵੀ ਤੂਫਾਨ ਨਾਲ ਪ੍ਰਭਾਵਿਤ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਤੇਜ਼ ਤੂਫਾਨ ਕਾਰਨ ਉਹਨਾਂ ਦਾ ਬਹੁਤ ਸਮਾਨ ਖਰਾਬ ਹੋ ਗਿਆ। ਉਹਨਾਂ ਨੇ ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਬੜੀ ਮੁਸ਼ਕਿਲ ਨਾਲ ਬਚਾਈ ਹੈ। ਰਾਤੀ ਜਿਹੜਾ ਤੂਫਾਨ ਆਇਆ ਸੀ ਨਾ, ਅਚਾਨਕ ਆਇਆ ਸੀ। ਅਸੀਂ ਤਾਂ ਬੈਠੇ ਰੋਟੀ ਖਾ ਰਹੇ ਸੀ, ਅਚਾਨਕ ਜੀ ਤੂਫਾਨ ਆਇਆ, ਸਾਰਾ ਸਮਾਨ ਵੀ ਉੜ ਗਿਆ, ਜਿਹੜਾ ਮਾਲ ਮੂਲ ਸੀ ਵੇਚਣ ਦਾ ਉਹ ਵੀ ਉੜ ਗਿਆ। ਬੱਚੇ ਅੰਦਰ ਬੈਠੇ ਸੀ, ਉੱਪਰ ਪੇੜ ਪੂੜ ਵੀ ਡਿੱਗੇ ਕਈ ਝੁੱਗੀਆਂ ਦੇ, ਲੇਕਿਨ ਥੋੜਾ ਇੰਨਾ ਹੋਇਆ ਕਿ ਬਚਾਅ ਹੋ ਗਿਆ। ਬਸ ਸਾਡੇ ਗਰੀਬਾਂ ਦਾ ਮਤਲਬ ਠਿਕਾਣਾ ਨਹੀਂ ਹੈ, ਇੱਦਾਂ ਹੀ ਪਏ ਰਹਿੰਦੇ ਅਸੀਂ ਤੋਂ। ਸਾਡੇ ਬੱਚੇ ਬੁੱਚੇ ਵੀ ਬਚ ਗਏ, ਕਈ ਦਾ ਨੁਕਸਾਨ ਹੋਇਆ। ਝੁੱਗੀਆਂ ਦੇ ਉੱਤੇ ਉਹ ਦੇਖੋ ਪੇੜ ਡਿੱਗੇ ਪਏ ਵੱਡੇ ਵੱਡੇ, ਬੱਚੇ ਮਾੜੇ ਬਚ ਗਏ। ਉਹਨਾਂ ਦੇ ਵੀ ਬੱਚੇ ਇੱਥੇ ਆ ਕੇ ਸੋਏ ਸੀ ਰਾਤੀ, ਮਤਲਬ ਬਹੁਤ ਹੀ ਬੁਰਾ ਹਾਲ ਹੋਇਆ। ਇੱਕ ਉੱਥੇ ਬਾਬਾ ਰਹਿੰਦਾ ਹੈ, ਉਹਨੂੰ ਅੱਖਾਂ ਤੋਂ ਦਿਖਦਾ ਨਹੀਂ ਹੈ, ਉਹ ਵੀ ਬਹੁਤ ਬਚ ਗਿਆ ਉੱਥੇ। ਉਹਨਾਂ ਦੇ ਵੀ ਹਾਲ ਬੁਰਾ ਹੋ ਗਿਆ। ਸਾਰੇ ਟੱਬਰ ਉੱਥੇ ਪਏ। 2-3 ਦਿਨ ਤੋਂ ਸੱਟ ਵੀ ਬਚੀ ਹੈ। ਜੋ ਛੋਟਾ ਬੱਚਾ ਹੋਇਆ ਹੈ 2 ਦਿਨ ਦੀ ਜੱਸਿਆ ਹੈ, ਉਹ ਵੀ ਉੱਥੇ ਰਹਿ ਰਹੇ। ਸਾਰਿਆਂ ਦਾ ਹਾਲ ਹੀ ਬੁਰਾ ਹੋਇਆ ਸਰ। ਸਾਡਾ ਹੋਇਆ ਆਪਣੇ ਜੋ ਟੱਬ ਟੂਬ ਅਸੀਂ ਵੇਚਦੇ 1000-1200 ਦਾ, ਕਈ ਤੋਂ ਫੁੱਟ ਗਏ ਅੰਦਰ 10-12 ਟੱਬ ਤੋਂ। ਸਾਡੇ ਵਰਗੇ ਗਰੀਬਾਂ 10-12 ਟੱਬ ਫੁੱਟ ਗਏ ਤਾਂ ਸਮਝੋ ਕਿ 7-8 ਹਜ਼ਾਰ ਗਿਆ ਤਾਂ ਸਾਡੇ ਤੋਂ ਹੋ ਹੀ ਗਿਆ ਕੰਮ। ਇੰਨਾ ਰਾਤ ਦੀ ਹਨੇਰੀ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ। ਕਈਆਂ ਦੀਆਂ ਛੱਤਾਂ ਡਿੱਗ ਪਈਆਂ, ਬੱਚੇ ਤੇ ਸਫੈਦੇ ਵੱਜ ਗਏ। ਰਾਤ ਦੀ ਕੱਲ੍ਹ ਦੀ ਬੱਤੀ ਬੰਦ ਹੋਈ ਹੈ, ਬੱਤੀ ਅੱਜ ਤੱਕ ਨਹੀਂ ਹੋਈ, ਰਾਤ ਦੀ ਬੰਦ ਹੋਈ ਨਹੀਂ ਆਈ। ਕਈਆਂ ਮਾੜੇ ਲੋਕਾਂ ਦੀਆਂ ਛੱਤਾਂ ਉੱਡ ਗਈਆਂ ਮਕਾਨਾਂ ਦੀਆਂ। ਤੇ ਬਾਕੀ ਵਾਲੇ ਹਨੇਰੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਇਹਨਾਂ ਨੂੰ ਕੋਈ ਗੌਰਮੈਂਟ ਨੂੰ ਥੋੜ੍ਹਾ ਬਹੁਤਾ ਚਾਹੀਦਾ ਇਹਨਾਂ ਗਰੀਬਾਂ ਨੂੰ ਕੋਈ ਦੇਣਾ। ਤੇ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ। ਬਿਜਲੀ ਦੀਆਂ ਤਾਰਾਂ ਟੁੱਟੀਆਂ, ਕੱਲ੍ਹ ਦੀ ਬੱਤੀ ਨਹੀਂ ਆਉਣ ਲਈ। ਮੈਂ ਜਿਹੜੇ ਏਰੀਏ ਮੇਰੇ ਏਰੀਏ ਦੇ ਇੱਕ ਪੂਰਾ ਦਰਖਤ ਡਿੱਗੇ ਉੱਤੇ, ਇਹਦੇ ਕਰਕੇ ਬਚਾ ਰਿਹਾ। ਬਾਕੀ ਕਈ ਪੋਲ ਜਿਹੜੇ ਕਾਫੀ ਟੁੱਟੇ ਨੇ, ਉਹਦੇ ਅਜੇ ਤੱਕ ਸਪਲਾਈ ਨਹੀਂ ਬਹਾਲ ਹੋ ਸਕੀ। ਅਤੇ ਇਹਦੇ ਨਾਲ ਕਾਫੀ ਨੁਕਸਾਨ ਬੋਰਡ ਦਾ ਹੋਇਆ। ਲਾਈਟ ਸਵੇਰੇ ਰਾਤ ਦੀ 11:30 ਦੀ ਬੰਦ ਹੈ ਲਾਈਟ। ਪਰ ਜਲਦੀ ਕਰਨ ਦੇ ਸਪਲਾਈ ਚਾਲੂ। ਜਿੱਥੇ ਦਿਨ ਪੋਲ ਟੁੱਟੇ ਉੱਥੇ ਟਾਈਮ ਲੱਗੇਗਾ, ਉੱਥੇ ਸ਼ਾਮ ਪੈਣਗੀਆਂ।
ਇਸ ਤੂਫਾਨ ਕਾਰਨ ਬਟਾਲਾ ਦੇ ਸਿਵਲ ਹਸਪਤਾਲ ਤੇ ਪਸ਼ੂ ਹਸਪਤਾਲ ਦੀਆਂ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਣ ਦੀਆਂ ਖਬਰਾਂ ਮਿਲੀਆਂ ਨੇ। ਇਸ ਦੇ ਨਾਲ ਹੀ ਬਿਜਲੀ ਦੇ ਖੰਭੇ ਟੁੱਟਣ ਤੇ ਕੇਬਲ ਖਰਾਬ ਹੋਣ ਕਾਰਨ ਵਿਭਾਗ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਇਹ ਸੀ ਹੁਣ ਤੱਕ ਦੀਆਂ ਖਬਰਾਂ। ਆਓ ਜਾਂਦੇ ਜਾਂਦੇ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਦੇਸ਼ 'ਚ ਕੋਰੋਨਾ ਦੇ ਪ੍ਰਕੋਪ 'ਚ ਕਮੀ। ਪਿਛਲੇ 24 ਘੰਟਿਆਂ 'ਚ 84,332 ਨਵੇਂ ਕੇਸ ਆਏ ਸਾਹਮਣੇ। 70 ਦਿਨਾਂ ਬਾਅਦ ਨਵੇਂ ਮਾਮਲਿਆਂ ਦਾ ਇਹ ਸਭ ਤੋਂ ਘੱਟ ਅੰਕੜਾ। 4002 ਮਰੀਜ਼ਾਂ ਨੇ ਗਵਾਈਆਂ ਜਾਨਾਂ। ਪੰਜਾਬ 'ਚ ਤੱਕੜੀ ਤੇ ਹਾਥੀ ਦਾ ਗੱਠਜੋੜ। ਸੁਖਬੀਰ ਬਾਦਲ ਨੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਭਾਈਵਾਲੀ ਦਾ ਐਲਾਨ ਕੀਤਾ। ਬਸਪਾ 20 ਤੇ ਅਕਾਲੀ 97 ਸੀਟਾਂ ਤੇ ਲੜੇਗਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ। ਗੱਠਜੋੜ ਦੇ ਐਲਾਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨੂੰ ਦਿੱਤੀ ਵਧਾਈ। ਦੋਵੇਂ ਪਾਰਟੀਆਂ ਦੇ ਵਰਕਰਾਂ ਨੇ ਲੱਡੂ ਵੰਡੇ। ਕਾਂਗਰਸ ਨੇ ਕਿਹਾ ਕਿ ਇਹਨਾਂ ਪਾਰਟੀਆਂ ਦਾ ਪੰਜਾਬ 'ਚ ਕੋਈ ਆਧਾਰ ਨਹੀਂ, ਇਸ ਲਈ ਨਹੀਂ ਪਵੇਗਾ ਕੋਈ ਫਰਕ। ਨਵਜੋਤ ਸਿੱਧੂ ਤੇ ਕੈਪਟਨ ਦੀ ਪੋਸਟਰ ਵਾਰ 'ਚ ਪ੍ਰਤਾਪ ਸਿੰਘ ਬਾਜਵਾ ਦੀ ਐਂਟਰੀ। ਵਿਧਾਨ ਸਭਾ ਹਲਕਾ ਮਲੋਟ ਤੇ ਲੰਬੀ ਵਿਖੇ ਲੱਗੇ ਬਾਜਪਾ ਦੇ ਪੋਸਟਰ। ਦੋਵੇਂ ਹਲਕਿਆਂ 'ਚ ਬਾਜਵਾ ਦੇ ਪੋਸਟਰਾਂ ਨਾਲ ਛਿੜੀ ਨਵੀਂ ਸਿਆਸਤ ਚਰਚਾ। ਅਤੇ ਪਠਾਨਕੋਟ 'ਚ ਇੱਕ ਬਾਬੇ ਤੇ ਲੱਗੇ ਨਾਬਾਲਿਗ ਨਾਲ ਜਬਰ ਜਨਾਹ ਦੇ ਇਲਜ਼ਾਮ। ਲੋਕਾਂ ਨੇ ਬਾਬੇ ਨਾਲ ਕੀਤੀ ਕੁੱਟਮਾਰ। ਪੁਲਿਸ ਨੇ ਬਾਬੇ ਨੂੰ ਗ੍ਰਿਫਤਾਰ ਕਰ 2 ਦਿਨਾਂ ਦਾ ਰਿਮਾਂਡ ਲਿਆ। ਇਸ ਦੇ ਨਾਲ ਹੀ ਮੈਨੂੰ ਆਪਣੇ ਜਤਿੰਦਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ।